ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ 9ਵੀਂ ਜਮਾਤ ਦੀ ਪਾਠ ਪੁਸਤਕ ਬਣ ਗਈ ਜਿਸ ਵਿੱਚ ਕਹਾਣੀਆਂ ਦਾ ਸੰਗ੍ਰਹਿ ਹੈ, ਇਸ ਬਾਰੇ ਪੜ੍ਹਾਂਗੇ। ਕਹਾਣੀ ਦਾ ਨਾਂ ਹੈ ਜਨਮ ਦਿਨ, ਜੋ ਕਿ ਪ੍ਰੋਫੈਸਰ ਸਵਿੰਦਰ ਸਿੰਘ ਉੱਪਲ ਜੀ ਦੁਆਰਾ ਲਿਖੀ ਗਈ ਹੈ। ਅੱਗੇ ਪੜ੍ਹਨ ਤੋਂ ਪਹਿਲਾਂ ਅਸੀਂ ਸਵਿੰਦਰ ਸਿੰਘ ਉੱਪਲ ਜੀ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। ਉਹਨਾਂ ਦੇ ਜੀਵਨ 'ਤੇ ਇੱਕ ਝਲਕ ਮਾਰਦੇ ਹਾਂ। ਪੜ੍ਹਦੇ ਹਾਂ। ਸਵਿੰਦਰ ਸਿੰਘ ਉੱਪਲ ਦਾ ਜਨਮ 8 ਅਪ੍ਰੈਲ 1924 ਈਸਵੀ ਨੂੰ ਮਾਤਾ ਸ਼੍ਰੀਮਤੀ ਜੈਵੰਤੀ ਅਤੇ ਪਿਤਾ ਸ਼੍ਰੀ ਫਕੀਰ ਸਿੰਘ ਦੇ ਘਰ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ, ਪਾਕਿਸਤਾਨ ਵਿਖੇ ਹੋਇਆ। ਪਿੰਡ ਤੋਂ 10ਵੀਂ ਕਰਨ ਉਪਰੰਤ ਗਾਰਡਨ ਕਾਲਜ ਰਾਵਲਪਿੰਡੀ ਵਿੱਚ ਦਾਖਲ ਹੋਏ। ਇੱਥੋਂ ਹੀ ਅੰਗਰੇਜ਼ੀ ਦੀ MA ਪਾਸ ਕੀਤੀ। ਪੰਜਾਬ ਦੀ ਵੰਡ ਪਿੱਛੋਂ ਉਹਨਾਂ ਨੇ ਸ਼ਿਮਲੇ ਆ ਕੇ ਪੰਜਾਬੀ ਦੀ MA ਪਾਸ ਕਰ ਲਈ। ਇੱਥੇ ਹੀ BM ਕਾਲਜ ਵਿੱਚ ਬਤੌਰ ਪ੍ਰੋਫੈਸਰ ਰਹੇ ਕਿ ਉਹ ਪੰਜਾਬੀ ਦੇ ਪ੍ਰੋਫੈਸਰ ਰਹੇ ਉੱਥੇ। ਬਾਅਦ ਵਿੱਚ ਖਾਲਸਾ ਕਾਲਜ ਦਿੱਲੀ ਵਿਖੇ ਪੰਜਾਬੀ ਦੇ ਪ੍ਰੋਫੈਸਰ ਲੱਗੇ ਅਤੇ 1964 ਈਸਵੀ ਵਿੱਚ ਪੰਜਾਬੀ 'ਚ PhD ਕੀਤੀ। ਉੱਪਲ ਇੱਕ ਸਫਲ ਕਹਾਣੀਕਾਰ ਹੈ। ਉਹਨਾਂ ਨੇ ਕੁੜੀ ਪੋਠੋਹਾਰ ਦੀ, ਢਹਿਣ ਦੇ ਮੁਨਾਰੇ, ਭਰਾਵਾਂ ਦੇ ਦੁੱਧ ਤੇ ਬੁੱਧ, ਆਪਣਾ ਦੇਸ਼ ਪਰਾਇਆ ਦੇਸ਼, ਹਾਲਾਂ ਵੀ ਨਾਸ ਨਹੀਂ ਹੋਇਆ, ਲਛਮਣ ਰੇਖਾ, ਕੱਚਾ ਰੰਗ ਕੁਸੁੰਭ ਦਾ, ਵਾਸਾ ਸਵਰਗ ਦਾ ਆਦਿ ਕਹਾਣੀ ਸੰਗ੍ਰਹਿ ਲਿਖੇ। ਇਹਨਾਂ ਤੋਂ ਇਲਾਵਾ ਉਹਨਾਂ ਦੀਆਂ ਪੰਜਾਬੀ ਕਹਾਣੀਕਾਰ, ਪੰਜਾਬੀ ਨਾਵਲ ਵਿਧੀ ਤੇ ਵਿਚਾਰ, ਨੌਰੰਗ ਸਿੰਘ ਜੀਵਨ ਤੇ ਰਚਨਾ, ਮੇਰੀ ਪ੍ਰਤਿਨਿਧ ਰਚਨਾ, ਨਾਨਕ ਸਿੰਘ ਤੇ ਉਸਦੀ ਕਲਾ ਆਦਿ ਕੁਝ ਹੋਰ ਪੁਸਤਕਾਂ ਹਨ ਜੋ ਉਹਨਾਂ ਦੁਆਰਾ ਲਿਖੀਆਂ ਗਈਆਂ ਹਨ। ਉੱਪਲ ਨੂੰ ਪੰਜਾਬੀ ਸਾਹਿਤ ਸਮੀਖਿਆ ਬੋਰਡ ਜਲੰਧਰ ਵੱਲੋਂ ਲਛਮਣ ਰੇਖਾ ਪੁਸਤਕ ਉੱਤੇ ਪੁਰਸਕ੍ਰਿਤ ਕੀਤਾ ਗਿਆ, ਭਾਵ ਉਹਨਾਂ ਨੂੰ ਪੁਰਸਕਾਰ ਮਿਲਿਆ, ਸਨਮਾਨਿਤ ਕੀਤਾ ਗਿਆ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਅਤੇ ਸੰਤ ਨਿਧਾਨ ਸਿੰਘ ਕੇਸਰ ਮੈਮੋਰੀਅਲ ਕਮੇਟੀ ਬੈਂਕਾਕ ਵੱਲੋਂ ਵੀ ਆਪ ਨੂੰ ਸਨਮਾਨਿਤ ਕੀਤਾ ਗਿਆ। ਹਥਲੀ ਪਾਠ ਪੁਸਤਕ ਵਿੱਚ ਉੱਪਲ ਦੀ ਕਹਾਣੀ ਜਨਮ ਦਿਨ ਸ਼ਾਮਿਲ ਕੀਤੀ ਗਈ। ਹਥਲੀ ਭਾਵ ਜੋ ਅਸੀਂ ਪੜ੍ਹ ਰਹੇ ਹਾਂ, ਜੋ ਸਾਡੇ ਹੱਥ ਵਿੱਚ ਹੈ। ਤਾਂ ਇਹ ਸੀ ਸਵਿੰਦਰ ਉੱਪਲ ਸਿੰਘ ਦੁਆਰਾ ਰਚੀਆਂ ਗਈਆਂ ਰਚਨਾਵਾਂ। ਹੁਣ ਅਸੀਂ ਕਹਾਣੀ ਬਾਰੇ ਪੜ੍ਹਦੇ ਹਾਂ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਕਹਾਣੀ ਬਾਰੇ ਪੜ੍ਹਦੇ ਹਾਂ ਕਿ ਉੱਪਲ ਦੀ ਕਹਾਣੀ ਜਨਮ ਦਿਨ, ਕਹਾਣੀ ਦਾ ਨਾਮ ਹੈ ਜਨਮ ਦਿਨ। ਉਸ ਦੇ ਕਹਾਣੀ ਸੰਗ੍ਰਹਿ ਭਰਾਵਾਂ ਦੇ ਵਿੱਚੋਂ ਲਈ ਗਈ ਹੈ ਕਿ ਇਹ ਜੋ ਉਹਨਾਂ ਦੇ ਜਿਸ ਵਿੱਚੋਂ ਇੱਕ ਕਹਾਣੀ ਲਈ ਗਈ ਹੈ, ਉਸ ਕਹਾਣੀ ਸੰਗ੍ਰਹਿ ਦਾ ਨਾਮ ਹੈ ਭਰਾਵਾਂ। ਇਹ ਵੀ ਪ੍ਰਸ਼ਨ ਆ ਸਕਦਾ ਹੈ। ਇਸ ਕਹਾਣੀ ਵਿੱਚ ਧਨਾੜ ਜੋ ਧਨੀ ਲੋਕ ਹੁੰਦੇ ਨੇ, ਅਮੀਰ ਲੋਕ ਹੁੰਦੇ ਹਨ, ਲੋਕ ਪੈਸੇ ਅਤੇ ਰੁਤਬੇ ਦੇ ਜ਼ੋਰ ਨਾਲ ਗਰੀਬਾਂ ਦੀਆਂ ਸਦਰਾਂ ਅਤੇ ਉਮੰਗਾਂ ਦਾ ਖੂਨ ਕਰਦੇ ਵਿਖਾਏ ਗਏ ਹਨ ਕਿ ਉਹ ਜਿਹੜੇ ਅਮੀਰ ਲੋਕ ਹੁੰਦੇ ਹਨ, ਉਹ ਗਰੀਬਾਂ ਦੀਆਂ ਜਿਹੜੀਆਂ ਉਮੰਗਾਂ ਹੁੰਦੀਆਂ ਹਨ, ਜਿਹੜੇ ਉਹਨਾਂ ਦੇ ਚਾਅ ਹੁੰਦੇ ਹਨ, ਉਹਨਾਂ ਦਾ ਖੂਨ ਕਰ ਦਿੰਦੇ ਹਨ, ਭਾਵ ਉਹਨਾਂ ਨੂੰ ਖਤਮ ਕਰ ਦਿੰਦੇ ਹਨ, ਉਹਨਾਂ ਨੂੰ ਲਤਾੜ ਦਿੰਦੇ ਹਨ। ਜੁਗਲ ਪ੍ਰਸਾਦ ਲੋਕਾਂ ਦੀ ਦੇਖਾ ਦੇਖੀ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਵਾ ਦਿੰਦਾ ਹੈ। ਜੁਗਲ ਪ੍ਰਸਾਦ ਅਤੇ ਉਸਦੀ ਪਤਨੀ ਦੇਵਕੀ ਨੇ ਕਈ ਆਰਥਿਕ ਔਂਕੜਾਂ ਭਾਵ ਰੁਕਾਵਟਾਂ, ਮੁਸੀਬਤਾਂ ਝੱਲ ਕੇ ਆਪਣੇ ਪੁੱਤਰ ਜੋਤੀ ਨੂੰ, ਇਹਨਾਂ ਦੇ ਪੁੱਤਰ ਦਾ ਨਾਮ ਹੈ ਜੋਤੀ, ਕੱਪੜੇ ਬਣਵਾ ਕੇ ਦਿੱਤੇ। ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਸਕੂਲ ਦੀ ਪ੍ਰਿੰਸੀਪਲ ਨੇ ਮੰਤਰੀ ਦੇ ਗਲ ਵਿੱਚ ਹਾਰ ਜੋਤੀ ਦੀ ਥਾਂ 'ਤੇ ਸੇਠ ਲਖਪਤ ਰਾਏ ਦੇ ਪੁੱਤਰ ਤੋਂ ਪਵਾ ਦਿੱਤਾ ਹੈ, ਤਾਂ ਇਹ ਸੁਣ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਇਸ ਕਹਾਣੀ ਦਾ ਅੰਤ ਆਸ਼ਾਵਾਦੀ ਹੈ। ਕਹਾਣੀ ਦੇ ਅੰਤ ਵਿੱਚ ਜੁਗਲ ਪ੍ਰਸਾਦ ਕਹਿੰਦਾ ਹੈ, ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਹੈ। ਮੇਰੀ ਸੁੱਤੀ ਦਲੇਰੀ ਅਤੇ ਜੁਰਅਤ ਦਾ ਜਨਮ ਦਿਨ ਹੈ। ਹੁਣ ਮੈਂ ਵੇਖਾਂਗਾ ਕਿ ਕਿਵੇਂ ਕੋਈ ਗਰੀਬਾਂ ਦੀਆਂ ਸਦਰਾਂ ਅਤੇ ਉਮੰਗਾਂ ਨੂੰ ਲਿਤਾੜਨ ਦੀ ਜੁਰਅਤ ਕਰੇਗਾ। ਇਹ ਗੱਲ ਕਿਉਂ ਹੋ ਰਹੀ ਹੈ, ਜੁਗਲ ਪ੍ਰਸਾਦ ਨੇ ਕਿਉਂ ਬੋਲਿਆ, ਇਹ ਸਾਨੂੰ ਕਹਾਣੀ ਪੜ੍ਹ ਕੇ ਪਤਾ ਚੱਲੇਗਾ। ਚਲੋ ਹੁਣ ਅਸੀਂ ਕਹਾਣੀ ਵੱਲ ਵੱਧਦੇ ਹਾਂ। ਜਨਮ ਦਿਨ। ਜਿਉਂ ਹੀ ਜੁਗਲ ਪ੍ਰਸਾਦ ਦੀ 5 ਰੁਪਏ ਤਨਖਾਹ ਵਧੀ, ਉਸ ਆਪਣੇ ਸਭ ਤੋਂ ਛੋਟੇ ਲੜਕੇ ਜੋਤੀ ਨੂੰ ਮੁੱਢ ਤੋਂ ਹੀ ਅੰਗਰੇਜ਼ੀ ਪੜ੍ਹਾਈ ਜਾਣ ਵਾਲੇ ਅਤੇ ਨਵੀਆਂ ਵਿੱਦਿਅਕ ਵਿਉਂਤਾਂ ਅਨੁਸਾਰ ਚੱਲ ਰਹੇ ਕਿਸੇ ਸਕੂਲ ਵਿੱਚ ਦਾਖਲ ਕਰਾਉਣ ਦੀ ਚਿਰ ਸੋਚੀ ਸੱਧਰ ਪੂਰੀ ਕਰਨੀ ਚਾਹੀ। ਪਰ ਉਸ ਦੀ ਪਤਨੀ ਤਾਂ ਪਤੀ ਦੀ ਤਨਖਾਹ ਵਧਣ ਦੀ ਕਈ ਦਿਨਾਂ ਦੀ ਲੱਗੀ ਆਸ ਰਾਹੀਂ ਘਰ ਦੀਆਂ ਥੁੜ੍ਹਾਂ ਮਤਲਬ ਘਰ ਦੀਆਂ ਜੋ ਜ਼ਰੂਰਤਾਂ, ਕਮੀਆਂ
ਪੂਰੀਆਂ ਕਰਨ ਦੀ ਸੋਚੀ ਬੈਠੀ ਸੀ ਕਿ ਜਦੋਂ ਜੁਗਲ ਪ੍ਰਸਾਦ ਦੀ ਤਨਖਾਹ ਭਾਵ ਉਸਦੀ ਸੈਲਰੀ 5 ਰੁਪਏ ਵੱਧ ਜਾਂਦੀ ਹੈ ਤਾਂ ਉਹ ਸੋਚਦਾ ਹੈ ਕਿ ਆਪਣੇ ਬੱਚੇ ਨੂੰ ਮੈਂ, ਜਿਹੜਾ ਸਭ ਤੋਂ ਛੋਟਾ ਬੇਟਾ ਹੁੰਦਾ, ਉਸਨੂੰ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਵਾਂ ਜਿੱਥੇ ਉਹ ਅੰਗਰੇਜ਼ੀ ਸਿੱਖੇ। ਪਰ ਜਿਹੜੀ ਉਹਦੀ ਘਰ ਵਾਲੀ ਹੁੰਦੀ ਹੈ ਉਹ ਇਸ ਚੀਜ਼ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਕਿ ਜਦੋਂ ਉਹਨਾਂ ਦੀ ਤਨਖਾਹ ਵਧੇਗੀ ਤਾਂ ਉਹ ਘਰ ਦੀਆਂ ਜਿਹੜੀਆਂ ਜ਼ਰੂਰਤਾਂ ਹਨ ਉਹਨਾਂ ਨੂੰ ਪੂਰਾ ਕਰਨ ਵਾਸਤੇ, ਜੋ ਕਮੀਆਂ ਹਨ, ਕੋਈ ਕੰਮ ਜੋ ਥੋੜ੍ਹਾ ਹਨ ਭਾਵ ਉਹਨਾਂ ਨੂੰ ਪੂਰੀਆਂ ਕਰੂੰਗੀ। ਜੋਤੀ ਨੂੰ ਅਜਿਹੇ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਾਉਣ ਦੀ ਗੱਲ ਸੁਣ ਕੇ ਦੇਵਕੀ ਕੁਝ ਚਿਰ ਸੋਚੀ ਪੈ ਗਈ, ਪਰ ਆਖਰ ਇਹ ਆਖੇ ਬਿਨਾਂ ਨਾ ਰਹਿ ਸਕੀ, ਮੈਂ ਤਾਂ ਕਹਿੰਦੀ ਹਾਂ ਜੋਤੀ ਨੂੰ ਕਿਸੇ ਛੋਟੇ ਮੋਟੇ ਸਕੂਲ ਵਿੱਚ ਦਾਖਲ ਕਰਾ ਦਿਓ। ਅਸੀਂ ਕਿੱਥੋਂ ਭਰ ਸਕਨੇ ਹਾਂ 5 ਰੁਪਏ ਮਹੀਨਾ ਫੀਸ। ਓਏ ਭਲੀਏ ਲੋਕੇ, ਇਹ ਜਿਹੜੀ 5 ਰੁਪਏ ਤਨਖਾਹ ਵਧੀ ਹੈ ਇਹੋ ਸਮਝੀ ਨਹੀਂ ਵਧੀ। ਤਾਂ ਜੁਗਲ ਪ੍ਰਸਾਦ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਤੂੰ ਸੋਚ ਰਹੀ ਹੈ ਕਿ ਜੋ ਮੇਰੀ 5 ਰੁਪਏ ਤਨਖਾਹ ਵਧੀ ਹੈ ਇਸ ਨੂੰ ਅਸੀਂ ਇਹ ਮੰਨ ਲਵਾਂ ਕਿ ਮੇਰੀ ਨਹੀਂ ਵਧੀ। ਹਾਏ ਹਾਏ, ਇੰਜ ਨਾ ਆਖੋ ਭਾਵ ਐਵੇਂ ਨਾ ਆਖੋ, ਇਸ ਤਰ੍ਹਾਂ ਨਾ ਆਖੋ। ਅਤੇ ਜੋਤੀ ਨੂੰ ਚਾਵਾਂ ਮਲਾਰਾਂ ਨਾਲ ਨਵੀਨ ਵਿਉਂਤਾਂ ਅਨੁਸਾਰ ਚੱਲ ਰਹੇ ਲਾਗਲੇ ਸਕੂਲ ਵਿੱਚ ਦਾਖਲ ਕਰਾ ਦਿੱਤਾ। ਜੁਗਲ ਪ੍ਰਸਾਦ ਜਿੱਥੇ ਇਹ ਚਾਹੁੰਦਾ ਸੀ ਕਿ ਉਸਦਾ ਲੜਕਾ ਅੰਗਰੇਜ਼ੀ ਵਿੱਚ ਪ੍ਰਵੀਨ ਹੋਵੇ, ਉੱਥੇ ਉਹ ਜ਼ਿਆਦਾ ਇਸ ਕਰਕੇ ਅਜਿਹੇ ਸਕੂਲ ਵਿੱਚ ਮੁੰਡੇ ਨੂੰ ਦਾਖਲ ਕਰਾਉਣਾ ਜ਼ਰੂਰੀ ਸਮਝਦਾ ਹੈ ਕਿ ਉੱਥੇ ਹਰ ਸ਼ਖਸੀਅਤ ਨੂੰ ਪੁੰਗਰਨ ਲਈ ਮਤਲਬ ਉਸਨੂੰ ਪੈਦਾ ਹੋਣ ਲਈ, ਅੱਗੇ ਵਧਣ ਲਈ ਲੋੜੀਂਦੀ ਤਰ੍ਹਾਂ ਦੇ ਅਵਸਰ ਦਿੱਤੇ ਜਾਂਦੇ ਹਨ। ਕਦੀ ਕਦੀ ਉਹ ਦਫ਼ਤਰ ਜਾਣ ਸਮੇਂ ਘਰੋਂ ਸਵੇਰੇ ਟੁਰ ਜਾਂਦਾ ਸੀ ਅਤੇ ਅਜਿਹੇ ਸਕੂਲਾਂ ਦੇ ਬਾਹਰ ਖਲੋ ਕੇ ਦੇਖਦਾ ਕਿ ਬੱਚੇ ਚੰਗੇ ਕੱਪੜੇ ਪਾਏ, ਊਚ ਨੀਚ ਤੋਂ ਬੇਲਾਗ, ਨਿੱਖਰੇ ਪੁੱਖਰੇ, ਹੌਲੀ ਹੌਲੀ ਇੱਕ ਦੂਜੇ ਨਾਲ ਗੱਲਾਂ ਕਰਦੇ, ਆਪਸ ਵਿੱਚ ਪਿਆਰ ਨਾਲ ਖੇਡਦੇ। ਗਾਲ ਕੱਢਣੀ ਤਾਂ ਉਹਨਾਂ ਦੀਆਂ ਉਸਤਾਨੀਆਂ ਅਨੁਸਾਰ ਪਾਪ ਸੀ, ਜੋ ਉਹਨਾਂ ਨੂੰ ਉਸਤਾਨੀਆਂ ਭਾਵ ਜੋ ਉਹਨਾਂ ਨੂੰ ਪੜ੍ਹਾਉਂਦੀਆਂ ਹਨ। ਬਿਨਾਂ ਝਿਜਕ ਉਹ ਹਰ ਨਾਲ ਗੱਲਾਂ ਕਰ ਲੈਂਦੇ ਅਤੇ ਉਤਸ਼ਾਹ ਭਰਪੂਰ ਆਪਣੇ ਆਪ 'ਤੇ ਪੂਰਾ ਭਰੋਸਾ ਹੋਣ ਕਾਰਨ ਉਹ ਅਵਸਰ ਅਨੁਸਾਰ ਗੱਲ ਸੋਚ ਸਕਦੇ। ਇਹੋ ਜਿਹੀਆਂ ਹੀ ਕੁਝ ਗੱਲਾਂ ਸਨ ਜਿਨ੍ਹਾਂ ਕਾਰਨ ਜੁਗਲ ਪ੍ਰਸਾਦ ਦੀ ਚਿਰੋਕਣੀ ਸਦਰ ਸੀ ਕਿ ਉਹ ਆਪਣੇ ਨਿੱਕੇ ਲੜਕੇ ਨੂੰ ਅਜਿਹੇ ਸਕੂਲ ਵਿੱਚ ਦਾਖਲ ਕਰੇ। ਭਾਵ ਜੁਗਲ ਪ੍ਰਸਾਦ ਚਾਹੁੰਦਾ ਸੀ ਕਿ ਉੱਥੇ ਬੱਚਿਆਂ ਨੂੰ ਲੋੜੀਂਦੇ ਅਵਸਰ ਮਿਲਦੇ ਹਨ, ਜਿਸ ਕਰਕੇ ਉਹਨਾਂ ਨੂੰ ਅੱਗੇ ਵਧਣ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ ਅਤੇ ਉਹ ਛੇਤੀ ਤੋਂ ਛੇਤੀ ਜੋਬ ਲੱਗ ਜਾਏਗਾ। ਇਹਨਾਂ ਸਕੂਲਾਂ ਵਿੱਚ ਪੜ੍ਹਾਉਣ ਨੂੰ ਤਾਂ ਹਰ ਇੱਕ ਦਾ ਦਿਲ ਕਰਦਾ ਹੈ, ਪਰ ਪੜ੍ਹਾ ਕੋਈ ਹੀ ਸਕਦਾ, ਕਿਉਂ ਜੋ ਇਹਨਾਂ ਸਕੂਲਾਂ ਦੀਆਂ ਮੁੱਛਾਂ ਦਾੜ੍ਹੀ ਤੋਂ ਵੀ ਵੱਡੀਆਂ ਹੁੰਦੀਆਂ ਹਨ, ਭਾਵ ਬਹੁਤ ਜ਼ਿਆਦਾ ਇਹਨਾਂ ਦੇ ਖਰਚੇ ਹੁੰਦੇ ਹਨ। ਦਾਖਲਾ, ਵਰਦੀ, ਖੇਡਾਂ ਦੀ ਫੀਸ, ਖਾਣ ਪੀਣ ਦੇ ਪੈਸੇ ਆਦਿ ਕੁਝ ਅਜਿਹੀਆਂ ਰਕਮਾਂ ਹਨ ਜਿਨ੍ਹਾਂ ਨੂੰ ਦੇਣ ਲਈ ਆਮ ਮਨੁੱਖ ਦਾ ਤਾਂ ਕਚੂਮਰ ਹੀ ਨਿਕਲ ਜਾਂਦਾ ਹੈ। ਪਰ ਜੁਗਲ ਪ੍ਰਸਾਦ ਇਰਾਦੇ ਦਾ ਬੜਾ ਪੱਕਾ ਸੀ, ਇਸ ਕਰਕੇ ਉਸ ਇੱਧਰੋਂ ਮੰਗ ਤੰਗ ਕੇ ਬੜੀ ਮੁਸ਼ਕਲ ਨਾਲ ਇਕੱਠੇ ਕੀਤੇ 40 ਰੁਪਏ ਦੇਣ ਵੇਲੇ ਜਰਾ ਚੂੰ ਚਾਂ ਨਹੀਂ ਕੀਤੀ। ਉਹ ਆਪਣੇ ਬੇਟੇ ਦਾ ਐਡਮਿਸ਼ਨ ਕਰਾਉਣ ਲਈ 40 ਰੁਪਏ ਇੱਧਰੋਂ ਉੱਧਰੋਂ ਮੰਗ ਕੇ ਇਕੱਠੇ ਕਰਦਾ ਹੈ, ਜਿਸ ਕਰਕੇ ਉਸ ਦਾ ਐਡਮਿਸ਼ਨ ਕਰਾਉਂਦਾ ਹੈ। ਮੁੰਡੇ ਨੂੰ ਸਕੂਲ ਵਿੱਚ ਦਾਖਲ ਕਰਾ ਕੇ ਉਹ ਬਹੁਤ ਖੁਸ਼ ਹੋਇਆ। ਅੱਜ ਉਹ ਮਾਂ ਨਾਲ ਟੁਰ ਰਿਹਾ ਸੀ ਭਾਵ ਚੱਲ ਰਿਹਾ ਸੀ। ਉਹ ਸੋਚਦਾ ਜੋਤੀ ਇਹੋ ਜਿਹੇ ਨਿੱਖਰੇ ਅਤੇ ਸਾਫ਼ ਵਾਤਾਵਰਨ ਵਿੱਚ ਪੜ੍ਹ ਕੇ ਬਹੁਤ ਲਾਇਕ ਬਣੇਗਾ। ਆਜ਼ਾਦ ਭਾਰਤ ਦਾ ਉਹ ਇੱਕ ਵੱਡਾ ਅਤੇ ਚੰਗਾ ਅਫਸਰ ਬਣ ਜਾਵੇਗਾ। ਸਾਡੇ ਉੱਠ ਰਹੇ ਭਾਰਤ ਨੂੰ ਅਜਿਹੇ ਅਫਸਰਾਂ ਦੀ ਸਖਤ ਲੋੜ ਹੈ। ਸਾਡੇ ਭਾਰਤ ਲਈ ਜੋਤੀ ਜੋਤ ਬਣ ਕੇ ਵਿਖਾ ਦੇਵੇਗਾ। ਜੋਤੀ ਜਿੱਥੇ ਲਾਇਕ ਸੀ ਉੱਥੇ ਸੋਹਣਾ ਵੀ ਪੁੱਜ ਕੇ ਸੀ। ਉਸ ਦੀ ਉਸਤਾਨੀ ਸਾਫ਼ ਅਤੇ ਚਿੱਟੇ ਕੱਪੜਿਆਂ ਵਿੱਚ ਚਮਕੇ ਉਸਦੇ ਰੂਪ ਸੁੰਦਰ ਨਕਸ਼ਾਂ ਨੂੰ ਵੇਖ ਕੇ ਪਿਆਰ ਕੀਤੇ ਬਿਨਾਂ ਨਾ ਰਹਿ ਸਕਦੀ। ਉਸਤਾਨੀ ਭਾਵ ਜੋ ਉਸਨੂੰ ਪੜ੍ਹਾਉਂਦੀ ਹੈ, ਉਸਦੀ ਮੈਡਮ, ਉਹ ਉਸ ਦਾ ਉਚੇਚਾ ਧਿਆਨ ਰੱਖਦੀ, ਭਾਵ ਉਸਦਾ ਧਿਆਨ ਰੱਖਿਆ ਜਾਂਦਾ, ਕਿਉਂਕਿ ਉਹ ਵੇਖਣ ਨੂੰ ਵੀ ਸੋਹਣਾ ਸੀ ਅਤੇ ਪੜ੍ਹਨ ਵਿੱਚ ਵੀ ਉਹ ਅੱਗੇ ਰਹਿੰਦਾ ਸੀ, ਚੰਗੇ ਨੰਬਰ ਲਿਆਉਂਦਾ ਸੀ। ਮਹੀਨੇ ਪਿੱਛੋਂ ਜਦੋਂ ਉਸਦਾ ਇਮਤਿਹਾਨ ਹੋਇਆ ਤਾਂ ਜੋਤੀ ਸਾਰੇ ਜਮਾਤੀਆਂ ਤੋਂ ਭਾਵ ਜੋ ਉਸਦੇ ਨਾਲ ਪੜ੍ਹਦੇ ਨੇ, ਉਸਦੇ ਸਹਿਪਾਠੀ, ਹਰ ਗੱਲ ਵਿੱਚ ਅੱਗੇ ਸੀ। ਉਸਦੀ ਪ੍ਰਿੰਸੀਪਲ ਨੇ ਰਿਪੋਰਟ ਵਿੱਚ ਖੁਸ਼ੀ ਪ੍ਰਗਟ ਕਰਕੇ ਨਾਲ ਜੁਗਲ ਪ੍ਰਸਾਦ ਨੂੰ ਅਜਿਹੇ ਕਾਬਲ ਅਤੇ ਲਾਇਕ ਪੁੱਤਰ ਦਾ ਪਿਓ ਹੋਣ ਉੱਤੇ ਵਧਾਈ ਘੱਲੀ। ਹੁਣ ਤਾਂ ਜੁਗਲ ਪ੍ਰਸਾਦ ਆਪਣੇ ਵਰਗਾ ਖੁਸ਼ਕਿਸਮਤ ਪਿਓ ਕਿਸੇ ਨੂੰ ਸਮਝਦਾ ਹੀ ਨਹੀਂ ਸੀ। ਦਫ਼ਤਰ ਵਿੱਚ ਉਹ ਆਪਣੇ ਕਲਰਕ ਸਾਥੀਆਂ ਨਾਲ ਜੋਤੀ ਦੀ ਲਿਆਕਤ ਬਾਰੇ ਗੱਲਾਂ ਬੜੇ ਮਾਣ ਨਾਲ ਕਰਦਾ ਅਤੇ ਘਰ ਵਿੱਚ ਉਹ ਬਾਕੀ ਦੇ ਧੀਆਂ ਪੁੱਤਰਾਂ ਨੂੰ ਜੋਤੀ ਵਰਗਾ ਲਾਇਕ ਬਣਨ ਦੀ ਪ੍ਰੇਰਨਾ ਦਿੰਦਾ ਰਹਿੰਦਾ। ਦੇਵਕੀ ਨੂੰ ਕਈ ਵਾਰੀ ਕਹਿੰਦਾ, ਮੈਂ ਕਹਿੰਦਾ ਨਹੀਂ ਹੁੰਦਾ ਸੀ ਜੋਤੀ ਸਾਰੇ ਖਾਨਦਾਨ ਦਾ ਨਾਂ ਰੋਸ਼ਨ ਕਰੇਗਾ। ਇਹ ਗੱਲ ਸੁਣ ਕੇ ਉਸ ਦੀ ਪਤਨੀ ਦੇਵਕੀ ਵੀ ਆਪਣੇ ਆਪ ਉੱਤੇ ਦਿਲ ਵਿੱਚ ਇਸ ਗੱਲ ਕਾਰਨ ਮਾਣ ਕਰਦੀ ਕਿ ਆਖਰ ਇਹੋ ਜਿਹਾ ਲਾਇਕ ਚੰਨ ਪੁੱਤਰ ਜੰਮਿਆ ਤਾਂ ਮੈਂ ਹੀ ਹੈ ਨਾ। ਹਾਲਾਂਕਿ 6 ਮਹੀਨੇ ਹੀ ਲੰਘੇ ਸਨ ਕਿ ਇੱਕ ਦਿਨ ਜੋਤੀ ਪ੍ਰਿੰਸੀਪਲ ਦੀ ਇੱਕ ਚਿੱਠੀ ਲਿਆਇਆ। ਜੁਗਲ ਪ੍ਰਸਾਦ ਉਸ ਨੂੰ ਪੜ੍ਹਦਿਆਂ ਹੀ ਖਿੜ ਗਿਆ, ਮਤਲਬ ਬਹੁਤ ਖੁਸ਼ ਹੋ ਗਿਆ। ਮੈਂ ਕਿਹਾ, ਸੁਣਨੀ ਹੈ ਜੋਤੀ ਦੀ ਮਾਂ, ਇਹ ਵੇਖੋ, ਅਤੇ ਉਹ ਜੋਤੀ ਨੂੰ ਚੁੱਕ ਕੇ ਰਸੋਈ ਵਿੱਚ ਲੈ ਗਿਆ। ਉਹ ਜੋਤੀ ਨੂੰ ਪਿਆਰ ਦੇਈ ਜਾ ਰਿਹਾ ਸੀ ਜਿਵੇਂ ਉਹ ਅੱਜ
ਤਿਆਰ ਦਿਨ ਦਾ ਰਿਕਾਰਡ ਤੋੜ ਕੇ ਰੱਖ ਦੇਣਾ ਹੋਵੇ। ਤੇ ਜੋਤੀ ਵਿਚਾਰਾ हैरान परेशान प्यो के मुँह वाल वेखी जा रहा सी। मतलब वो बच्चा अपने पापा की तरफ देख रहा था कि मुझे आज इतना प्यार क्यों किया जा रहा है। मैं कहा जी गल ते दसो, इतने खुश किस गलों पए हुंदे हो। देवकी की गल जान के इस खुशी विच छेती तो छेती शामिल होने लई उतावली हो रही सी। चल कमरे विच चल, ये गल जरा आराम नाल दसन वाली है। तो जुगल प्रसाद जोती नूं उसे तरह चुक के कमरे विच आ गया। देवकी भी खुशी लई ਤਿਆਰ ਹੁੰਦੀ ਹੋਈ ਉਤਾਵਲੀ ਪਤੀ ਦੇ ਪਿੱਛੇ ਕਮਰੇ ਵਿੱਚ ਆ ਗਈ। ਜਰਾ ਮੰਜੇ ਤੇ ਬੈਠ ਜਾ, ਮੰਜੇ ਤੇ ਭਾਵ ਚਾਰਪਾਈ ਤੇ। ਜੁਗਲ ਪ੍ਰਸਾਦ ਮੁਸਕਰਾਇਆ ਅਤੇ ਕੁਰਸੀ ਉੱਤੇ ਬੈਠ ਕੇ ਆਈ ਚਿੱਠੀ ਨੂੰ ਫਿਰ ਪੜ੍ਹਨ ਲਈ ਐਨਕ ਨੂੰ ਨੱਕ ਉੱਤੇ ਠੀਕ ਜਮਾਉਣ ਲੱਗ ਪਿਆ। ਅੱਧ ਮਿੰਟ ਲਈ ਉਹ ਅੰਗਰੇਜ਼ੀ ਵਿੱਚ ਲਿਖੀ ਚਿੱਠੀ ਨੂੰ ਪੜ੍ਹਦਾ ਰਿਹਾ ਤਾਂ ਉਹ ਸਾਰੀ ਦੀ ਸਾਰੀ ਖੁਸ਼ਖਬਰੀ ਨੂੰ ਆਪਣੀ ਜੀਵਨ ਸਾਥਣ ਨਾਲ ਸਾਂਝੀ ਕਰ ਸਕੇ। ਦੱਸੋ ਵੀ ਨਾ, ਫਿਰ ਦੇਵਕੀ ਨੇ ਇੰਜ ਮੁਸਕਰਾਉਂਦੇ ਆਖਿਆ ਜਿਵੇਂ ਉਸ ਤੋਂ ਹੋਰ ਉਡੀਕਣਾ ਅਸਹਿ ਹੋ ਰਿਹਾ ਸੀ। ਲੈ ਸੁਣ। ਤੇ ਫਿਰ ਉਸ ਐਨਕ ਉੱਚੀ ਕਰਕੇ ਹੌਲੀ ਹੌਲੀ ਮਤਲਬ ਧੀਰੇ ਧੀਰੇ ਦੇਵਕੀ ਨੂੰ ਸਮਝਾਉਂਦਿਆਂ ਕਿਹਾ, ਐਤਵਾਰ ਨੂੰ ਜੋਤੀ ਦੀ ਪ੍ਰਿੰਸੀਪਲ ਨੇ ਲਿਖਿਆ ਹੈ ਕਿ ਇਸ ਪ੍ਰਾਂਤ ਦੇ ਪ੍ਰਸਿੱਧ ਮੰਤਰੀ ਸ਼੍ਰੀ ਜਵਾਲਾ ਪ੍ਰਸਾਦ ਦਾ ਜਨਮ ਦਿਨ ਇੱਥੋਂ ਦੀ ਨਾਗਰਿਕ ਸਭਾ ਵੱਲੋਂ ਮਨਾਇਆ ਜਾ ਰਿਹਾ ਹੈ। ਸ਼ਹਿਰ ਦੇ ਚੋਣਵੇਂ ਭਾਵ ਚੁਣੇ ਹੋਏ ਸਕੂਲਾਂ ਦੇ 2 ਲਾਇਕ ਵਿਦਿਆਰਥੀਆਂ ਨੂੰ ਇਸ ਮੌਕੇ ਉੱਤੇ ਮੰਤਰੀ ਜੀ ਮਿਲਣਾ ਪਸੰਦ ਕਰਨਗੇ। KG ਜਮਾਤ ਵਿੱਚੋਂ ਸਾਡੇ ਜੋਤੀ ਨੂੰ ਚੁਣਿਆ ਗਿਆ ਹੈ, ਇਹ ਉਹਨਾਂ ਨੂੰ ਹਾਰ ਪਾਏਗਾ। ਇਹ ਸੁਣਦਿਆਂ ਸਾਰ ਦੇਵਕੀ ਨੇ ਉੱਠ ਕੇ ਜੋਤੀ ਨੂੰ ਆਪਣੀ ਗੋਦ ਵਿੱਚ ਲੈ ਲਿਆ। ਇਹ ਮੇਰਾ ਲਾਲ ਜਾਏਗਾ ਐਡੇ ਵੱਡੇ ਮੰਤਰੀ ਕੋਲ, ਮੈਂ ਸਦਕੇ ਜਾਵਾਂ। ਫਿਰ ਘੁੱਟ ਕੇ ਜੋਤੀ ਨੂੰ ਛਾਤੀ ਨਾਲ ਲਾ ਲਿਆ। ਦੇਵਕੀ ਦਾ ਚਿਹਰਾ ਉਸ ਵੇਲੇ ਕਿਸੇ ਤੇਜਸਵੀ ਦੇ ਚਿਹਰੇ ਨਾਲੋਂ ਘੱਟ ਨਹੀਂ ਸੀ ਚਮਕ ਰਿਹਾ। ਪਤਨੀ ਨੂੰ ਖੁਸ਼ ਹੁੰਦਿਆਂ ਵੇਖ ਕੇ ਜੁਗਲ ਪ੍ਰਸਾਦ ਹੋਰ ਗਦਗਦ ਹੋ ਗਿਆ। ਜੋਤੀ ਨੇ ਅੱਜ ਉਸਦੀ ਗੱਲ ਰੱਖ ਵਿਖਾਈ ਸੀ। ਫਿਰ ਉਸ ਅੱਖਾਂ ਮੀਟ ਲਈਆਂ ਤਾਂ ਜੋ ਸਾਰੀ ਖੁਸ਼ੀ ਨੂੰ ਆਪਣੇ ਅੰਦਰ ਸਿੰਜਰ ਲਵੇ ਭਾਵ ਸਮੇਟ ਲਵੇ। ਪਰ ਝੱਟ ਹੀ ਅੱਖਾਂ ਖੋਲ੍ਹ ਕੇ ਉਸ ਦੇਵਕੀ ਨੂੰ ਆਖਿਆ, ਹਾਂ ਸੱਚ, ਇਹ ਤਾਂ ਤੈਨੂੰ ਦੱਸਣਾ ਭੁੱਲ ਗਿਆ ਕਿ ਜੋਤੀ ਲਈ ਕੁਝ ਖਾਸ ਤਰ੍ਹਾਂ ਦੇ ਕੱਪੜੇ ਤਿਆਰ ਕਰਨੇ ਨੇ ਉੱਥੇ ਪਾ ਕੇ ਜਾਣ ਲਈ। ਫਿਰ ਐਨਕ ਠੀਕ ਕਰਕੇ ਚਿੱਠੀ ਨੂੰ ਪੜ੍ਹਦਿਆਂ ਹੀ ਆਖਦਾ ਗਿਆ, ਚਿੱਟੀ ਕਮੀਜ਼, ਚਿੱਟੀ ਨਿੱਕਰ, ਚਿੱਟੀਆਂ ਜੁਰਾਬਾਂ ਤੇ ਇੱਕ ਸੁਨਹਿਰੀ ਹਾਰ। ਇਹਨਾਂ ਚੀਜ਼ਾਂ ਦੇ ਨਾਂ ਸੁਣਦਿਆਂ ਹੀ ਦੇਵਕੀ ਦੀ ਖੁਸ਼ੀ ਕਾਫਰ ਹੋ ਗਈ ਭਾਵ ਦੂਰ ਹੋ ਗਈ, ਉੱਡ ਗਈ। ਉਸ ਦੇ ਮੂੰਹ ਉੱਤੇ ਆ ਰਿਹਾ ਖੇੜਾ ਭਾਵ ਹੱਸੀ ਉੱਥੇ ਹੀ ਰੁਕ ਗਿਆ ਤੇ ਫਿਰ ਹੌਲੀ ਖੇੜਾਂ ਦੀ ਥਾਂ ਚਿੰਤਾ, ਦੁੱਖ ਤੇ ਕਲੇਸ਼ ਨੇ ਮੱਲ ਲਈ। ਇਹ ਉਂਝ ਅਨੁਭਵ ਕੀਤਾ ਜਿਵੇਂ ਕਿ ਉਹ ਖੇੜੇ ਦੇ ਮਹਿਲ ਨੂੰ ਦੂਰੋਂ ਦੇਖ ਕੇ ਖੁਸ਼ ਹੋ ਗਈ ਤੇ ਜਿਉਂ ਹੀ ਉਸਦੇ ਖੁਸ਼ੀ ਉਸਦੇ ਅੰਦਰ ਪੈਰ ਧਰਨ ਲਈ ਚੁੱਕਿਆ, ਕਿਸੇ ਨੇ ਅਚਾਨਕ ਹੀ ਖੇੜੇ ਦੇ ਮਹਿਲ ਦਾ ਦਰਵਾਜ਼ਾ ਹੀ ਬੰਦ ਕਰ ਦਿੱਤਾ। ਕੀ ਗੱਲ ਉਦਾਸ ਹੋ ਗਈ ਹੈ? ਜੁਗਲ ਪ੍ਰਸਾਦ ਨੂੰ ਇਸ ਖੁਸ਼ੀ ਦੀ ਘੜੀ ਸਮੇਂ ਉਸ ਦਾ ਬਿਲ ਬਤੌਰੀ ਵਰਗਾ ਮੂੰਹ ਜਰਾ ਨਾ ਪਾਇਆ। ਮੈਂ ਸੋਚਦੀ ਹਾਂ ਇਹਨਾਂ ਚੀਜ਼ਾਂ ਵਾਸਤੇ ਪੈਸੇ ਕਿੱਥੋਂ ਲਵਾਂਗੇ। ਅੱਜ ਤੇ ਮਹੀਨੇ ਦੀ 26 ਤਰੀਕ ਏ, ਘਰ ਮਸਾਂ 10-12 ਆਨੇ ਪਏ ਨੇ ਦਾਲ ਸਬਜ਼ੀ ਲਈ। ਹਾਲਾਂ ਤਾਂ ਪਿਛਲੇ ਮੰਗੇ 40 ਵੀ ਨਹੀਂ ਉਤਰੇ ਕਿ ਜਿਹੜੇ ਅਸੀਂ ਪਹਿਲਾਂ 40 ਰੁਪਏ ਮੰਗ ਕੇ ਉਸ ਦਾ ਐਡਮਿਸ਼ਨ ਕਰਵਾਇਆ ਸੀ, ਹਲੇ ਤਾਂ ਅਸੀਂ ਉਹ ਵੀ ਨਹੀਂ ਚੁਕਾ ਪਾਏ। ਇਸ ਕਰੜੀ ਭਾਵ ਸਖਤ ਅਸਲੀਅਤ ਨੇ ਤਾਂ ਜਿਵੇਂ ਜੁਗਲ ਪ੍ਰਸਾਦ ਨੂੰ ਵੀ ਹੇਠਾਂ ਪਟਕ ਮਾਰਿਆ ਹੋਵੇ। ਉਹ ਤਾਂ ਹਾਲਾਂ ਭਾਵ ਅਭੀ ਤੱਕ ਖੇੜੇ ਦੇ ਗਗਨ ਉੱਤੇ ਹੀ ਪਿੱਤਰੀ ਪਿਆਰ ਦੇ ਖੰਭ ਉਡਾਰੀਆਂ ਲਾਈ ਜਾ ਰਿਹਾ ਸੀ। ਉਸ ਦਾ ਇਹ ਜ਼ਰੂਰੀ ਪਾਸੇ ਪਹਿਲਾਂ ਧਿਆਨ ਹੀ ਨਹੀਂ ਸੀ ਗਿਆ। ਜਿਵੇਂ ਸਵਾਦਿਸ਼ਟ ਭੋਜਨ ਲਈ ਜਲਦੀ ਖਾਦਿਆਂ ਦੰਦਾਂ ਹੇਠ ਆ ਕੇ ਕੱਟ ਗਈ ਜੀਭ ਸਾਰੇ ਦਾ ਸਾਰਾ ਸਵਾਦ ਮਾਰ ਦਿੰਦੀ ਹੈ। ਕੁਝ ਇਸ ਤਰ੍ਹਾਂ ਸੁਆਦੀ ਜੁਗਲ ਪ੍ਰਸਾਦ ਨੇ ਦੇਵਕੀ ਦੀ ਅਸਲੀਅਤ ਵਰਗੀ ਕੌੜੀ ਗੱਲ ਸੁਣ ਕੇ ਅਨੁਭਵ ਕੀਤੀ। ਉਸ ਨੂੰ ਆਪਣੀ ਤੰਗ ਮਾਇਕ ਹਾਲਤ ਉੱਤੇ ਬੜੀ ਖਿਝ ਆਈ, ਜਿਹੜੀ ਕਦਮ ਉੱਤੇ ਉਸ ਦਾ ਰਾਹ ਆਣ ਰੋਕਦੀ ਸੀ। ਫਿਰ ਉਸ ਦੀ ਇੰਜ ਖਿਝ ਕ੍ਰੋਧ ਬਣ ਦੇਵਕੀ ਉੱਤੇ वस पई। मतलब वो अपनी पत्नी पे गुस्सा करने लगता है। बस तू तो हर वेले इहो ही रोने रोंदी रहा करी। लोकी इहो जे मौकिਆਂ ਲਈ ਤਰਸਦੇ ਨੇ, ਤੂੰ ਹੈ ਕਿ ਓਹੋ ਤੁਸੀਂ ਤੇ ਐਵੇਂ ਹੀ ਪਏ ਗਰਮ ਹੁੰਦੇ ਹੋ ਕਿ ਮੈਂ ਨਹੀਂ ਚਾਹੁੰਦੀ ਮੇਰੇ ਲਾਲ ਦੀ ਸ਼ਾਨ ਵਧੇ, ਪਰ ਇਹਨਾਂ ਚੀਜ਼ਾਂ ਦਾ ਇੰਤਜ਼ਾਮ ਕਰਨ ਨਾਲ ਹੀ ਹੋਣਾ ਹੈ। ਐਵੇਂ ਥੁੱਕਾਂ ਨਾਲ ਤਾਂ ਵੜੇ ਨਹੀਂ ਪੱਕਦੇ। ਭਾਵੇਂ ਕੁਝ ਹੋ ਜਾਏ ਇਹਨਾਂ ਚੀਜ਼ਾਂ ਦਾ ਇੰਤਜ਼ਾਮ ਮੈਂ ਕਰਕੇ ਹੀ ਛੱਡਾਂਗਾ, ਜੁਗਲ ਪ੍ਰਸਾਦ ਨੇ ਦ੍ਰਿੜਤਾ ਨਾਲ ਕਿਹਾ। ਪਹਿਲੇ ਉਹ ਪਰੇਸ਼ਾਨ ਹੁੰਦੇ ਨੇ ਕਿ ਅਸੀਂ ਇਹਨਾਂ ਚੀਜ਼ਾਂ ਦਾ ਇੰਤਜ਼ਾਮ ਕਿਵੇਂ ਕਰਾਂਗੇ, ਫਿਰ ਆਪਸ ਵਿੱਚ ਉਹਨਾਂ ਇੰਤਜ਼ਾਮ ਕਰਨ ਬਾਰੇ ਸੋਚਦੇ ਨੇ। ਮੈਂ ਵੇਖਦੀ ਹਾਂ ਗੁੱਡੀ ਦੀ ਬੁਗਨੀ ਭਾਵ ਗੁੱਡੀ ਦੀ ਜੋ ਗੋਲਕ ਹੁੰਦੀ ਹੈ ਵਿੱਚ ਕਿੰਨੇ ਪੈਸੇ ਪਏ ਨੇ। ਉਹ ਰੋਵੇਗੀ ਤਾਂ ਸਹੀ, ਪਰ ਮੈਂ ਉਸ ਨੂੰ ਪਰਚਾ ਲਵਾਂਗੀ। ਤੇ ਉਹ ਬੁਗਨੀ ਲੈਣ ਚਲੀ ਗਈ। ਦੇਵਕੀ ਦੇ ਜਾਣ ਉੱਤੇ ਜੁਗਲ ਪ੍ਰਸਾਦ ਨੇ ਸੋਚਿਆ, ਮੈਂ ਐਵੇਂ ਹੀ ਦੇਵਕੀ ਵਿਚਾਰੀ ਉੱਤੇ ਗੁੱਸੇ ਹੋਣ ਲੱਗ ਜਾਂਦਾ ਹੈ
ਇਹ ਪੈਸੇ ਦੀ ਘਾਟ ਮੈਨੂੰ ਹਮੇਸ਼ਾ ਗੁੱਸਾ ਚੜ੍ਹਾ ਦਿੰਦੀ ਹੈ। ਇਹ ਵੀ ਕੀ ਜ਼ਿੰਦਗੀ ਹੋਈ, ਪੈਸੇ ਪੈਸੇ ਲਈ ਜਵਕਦੇ ਫਿਰਨਾ। ਜਵਕਦੇ ਮਤਲਬ ਤੜਫਦੇ ਫਿਰਨਾ, ਤਰਸਦੇ ਫਿਰਨਾ। ਕੀ ਸਾਡੇ ਗਰੀਬਾਂ ਦਾ ਇਤਨਾ ਵੀ ਹੱਕ ਨਹੀਂ ਕਿ ਅਸੀਂ ਆਪਣੇ ਹੋਣਹਾਰ ਲੜਕੇ ਦੀ ਇੱਕ ਨਿੱਕੀ ਖੁਸ਼ੀ ਨੂੰ ਖਰੀਦ ਸਕੀਏ, ਅਤੇ ਅਮੀਰ ਹਜ਼ਾਰਾਂ ਰੁਪਏ ਐਵੇਂ ਹੀ ਆਯਾਸ਼ੀ ਵਿੱਚ ਰੋੜ ਫਿਰਦੇ ਨੇ, ਭਾਵ ਫਿਜ਼ੂਲ ਖਰਚੀ ਕਰ ਦਿੰਦੇ ਨੇ। ਅਸੀਂ ਗਰੀਬ ਉਤਨਾ ਚਿਰ ਭਾਵ ਸਮਾਂ, ਟਾਈਮ ਨਹੀਂ ਉੱਠ ਸਕਾਂਗੇ ਜਿਤਨਾ ਚਿਰ ਅਸੀਂ ਆਪ ਯਤਨ ਨਹੀਂ ਕਰਦੇ। ਅਮੀਰ ਨੇ ਤਾਂ ਸਾਨੂੰ ਉਠਾਲਣਾ ਹੈ ਅਤੇ ਨਾ ਹੀ ਕਦੀ ਉੱਠਣ ਦੇਣਾ ਹੈ। ਫਿਰ ਉਸ ਦਾ ਧਿਆਨ ਦੇਵਕੀ ਵੱਲ ਗਿਆ, ਜਿਹੜੀ ਵਿਚਾਰੀ ਜਦੋਂ ਦੀ ਵਿਆਹੀ ਆ ਗਈ ਸੀ ਤੰਗ ਤੁਰਸੀ ਦੇ ਪੁੜਾਂ ਵਿੱਚ ਹੀ ਪਿਸ ਰਹੀ ਸੀ। ਹੁਣ ਉਸ ਦੇ ਮਨ ਵਿੱਚ ਦੇਵਕੀ ਲਈ ਵਧੇਰੇ ਤਰਸ ਸੀ। ਵਿਚਾਰੀ ਕੀ ਕਰੇ, ਬੜੀ ਮੁਸ਼ਕਲ ਨਾਲ 150 ਰੁਪਏ ਵਿੱਚ 5 ਬੱਚਿਆਂ ਨੂੰ ਪਾਲਦੀ ਹੈ। ਮੈਂ ਕਿਹਾ ਸੀ ਗੁੱਡੀ ਦੀ ਬੁਗਨੀ 'ਚੋਂ 7.5 ਆਨੇ ਨਿਕਲੇ ਅਤੇ ਜੋਤੀ ਦੀ ਬੁਗਨੀ 'ਚੋਂ 12 ਆਨੇ। ਜੁਗਲ ਪ੍ਰਸਾਦ ਨੇ ਵੇਖਿਆ ਕਿ ਉਹ ਵਿਚਾਰੀ ਯਤਨ ਕਰ ਰਹੀ ਸੀ ਕਿ ਕਿਸੇ ਤਰ੍ਹਾਂ ਮੇਰਾ ਲਾਲ ਸਕੂਲ ਵਾਲਿਆਂ ਦੀ ਇੱਛਾ ਅਨੁਸਾਰ ਤਿਆਰ ਹੋ ਕੇ ਐਤਵਾਰ ਨੂੰ ਸਕੂਲ ਜਾ ਸਕੇ। ਉਸ ਸੋਚਿਆ ਸਕੂਲ ਵਾਲਿਆਂ ਦਾ ਤਾਂ ਆਪਣੇ ਵੱਲੋਂ ਸਾਡੇ ਬੱਚੇ ਨੂੰ ਮਾਣ ਦਿੱਤਾ ਹੈ, ਪਰ ਉਹ ਕੀ ਜਾਣਨ ਕਿ ਇਹ ਮਾਣ ਸਾਡੇ ਲਈ ਜ਼ਹਿਮਤ ਬਣ ਜਾਏਗਾ। ਜ਼ਹਿਮਤ ਭਾਵ ਬਿਮਾਰੀ ਬਣ ਜਾਏਗਾ। ਅੱਛਾ, ਪਰਵਾਹ ਨਹੀਂ, ਭਾਵੇਂ ਕੁਝ ਵੀ ਹੋ ਜਾਏ, ਮੇਰੇ ਬੱਚੇ ਨੂੰ ਐਤਵਾਰ ਇਹ ਸਾਰੀਆਂ ਚੀਜ਼ਾਂ ਮਿਲਣੀਆਂ ਹੀ ਚਾਹੀਦੀਆਂ ਹਨ। ਅੱਜ ਵੀਰਵਾਰ ਹੈ, ਵਿੱਚੋਂ ਦਿਨ ਤੇ ਹੋਏ ਸ਼ੁੱਕਰ ਤੇ ਸ਼ਨਿਚਰ। ਕੋਈ ਗੱਲ ਨਹੀਂ, ਇਹ ਸੋਚ ਕੇ ਉਹ ਪੱਕੇ ਇਰਾਦੇ ਨਾਲ ਘਰੋਂ ਬਾਹਰ ਨਿਕਲ ਗਿਆ, ਕਿਸੇ ਤੋਂ ਕੁਝ ਪੈਸੇ ਫੜਨ ਲਈ, ਬਿਨਾਂ ਇਸ ਗੱਲ ਨੂੰ ਅਨੁਭਵ ਕੀਤਿਆਂ ਕਿ ਉਹ ਹੁਣੇ ਹੀ ਦਫ਼ਤਰੋਂ थका टूटा आया है, कि उसने इस बात की चिंता नहीं की कि वो दफ्तर से अभी थका हारा आया है और वो बाहर इन सब चीज़ों का इंतजाम करने के लिए निकल जाता है। घंटे पिछों जब वो मुड़िया तो उसकी जेब विच रुपए के 3 नोट सन। उसनों इन्हां 3 रुपइयां का उधार लैण लई किन्नियां अगे लिलकड़ियां मतलब उनकी मिन्नतें लैणियां पईयां ते तद जाके वो एक मित्र कोलों 3 रुपए फड़ सकिया सी। घर विच आके बजट विच आ पई नवीं तेड़ उत्ते विचार की गई, क्योंकि उनका बजट बिगड़ जाएगा जब ये चीज़ें खरीद लेंगे। तो एक फट्टी सफ़ेद चादर विचों गुआंढण दी मशीन ते मैं इसकी कमीज़ तां तैयार कर लवांगी, हाँ चिट्टी निक्कर दा कपड़ा भी बाज़ारों लैना ही पैना ते सवाणी दर्जी तो पवेगी, मैनू निक्कर सिउण दी जाच नहीं। देवकी ने पति नूं इन्हां पैसिਆਂ नाल ही काम सारन दी तरकीब दसदिआं कहा। देवकी ने बुगनिया विचों निकली भंन तोड़ लैके जदों वो घरों तुरन लगा तां ਉਹ ਵੇਖਿਆ ਜੋਤੀ ਘਰ ਨਹੀਂ ਹੈ। ਸਾਰੇ ਪਾਸੇ ਭਾਲਿਆ ਪਰ ਕਿਧਰੇ ਨਜ਼ਰ ਨਾ ਆਇਆ। ਭਾਵੇਂ ਇਸ ਸਮੇਂ ਥੋੜ੍ਹਾ ਥੋੜ੍ਹਾ ਹਨੇਰਾ ਹੋ ਗਿਆ ਸੀ, ਪਰ ਜੁਗਲ ਪ੍ਰਸਾਦ ਨਹੀਂ ਸੀ ਚਾਹੁੰਦਾ ਕਿ ਇਸ ਕੰਮ ਵਿੱਚ ਹੋਰ ਦੇਰ ਕੀਤੀ ਜਾਏ। ਉਹ ਆਪ ਹੀ ਜੋਤੀ ਨੂੰ ਲੱਭਣ ਚਲਾ ਗਿਆ। ਉਸ ਵੇਖਿਆ ਕਿ ਬਾਹਰ ਗਲੀ ਵਿੱਚ ਜੋਤੀ ਮੁੰਡਿਆਂ ਨਾਲ ਖੇਡ ਰਿਹਾ ਸੀ। ਉਸ ਨੂੰ ਇਸ ਤਰ੍ਹਾਂ ਨਿਸ਼ਚਿੰਤ ਵੇਖ ਉਹ ਸੋਚਿਆ, ਸੱਚ ਕਹਿੰਦੇ ਨੇ ਬਚਪਨ ਬਾਦਸ਼ਾਹੀ ਹੁੰਦੀ ਹੈ, ਇਸ ਨੂੰ ਕੋਈ ਫਿਕਰ ਨਹੀਂ। ਆਪਣੇ ਕੱਪੜੇ ਦਾ ਬੰਦੋਬਸਤ ਕਰਨ ਦਾ ਮਾਪੇ ਭਾਵ ਉਸਦੇ ਮਾਂ ਪਿਓ ਆਪੇ ਫਿਕਰ ਕਰਨ। ਕੋਈ 2 ਘੰਟਿਆਂ ਪਿੱਛੋਂ ਜਦੋਂ ਜੁਗਲ ਪ੍ਰਸਾਦ ਅਤੇ ਜੋਤੀ ਘਰ ਨੂੰ ਮੁੜ ਰਹੇ ਸਨ ਤਾਂ ਦੋਹਾਂ ਦੇ ਚਿਹਰੇ ਖਿੜੇ ਹੋਏ ਸਨ। ਜੋਤੀ ਤਾਂ ਇਸ ਲਈ ਖੁਸ਼ ਸੀ ਕਿ ਅੱਜ ਉਸ ਲਈ ਨਵੇਂ ਬੂਟ, ਜਰਾਬਾਂ ਅਤੇ ਨਿੱਕਰ ਦਾ ਕੱਪੜਾ ਆਦਿ ਚੀਜ਼ਾਂ ਖਰੀਦੀਆਂ ਗਈਆਂ ਹਨ, ਅਤੇ ਜੁਗਲ ਪ੍ਰਸਾਦ ਇਸ ਔਂਕੜ ਨੂੰ ਹੱਲ ਕਰਨ ਪਿੱਛੇ ਇਸ ਕਰਕੇ ਖੁਸ਼ ਸੀ ਕਿ ਉਹ ਆਪਣੇ ਹੋਣਹਾਰ ਬੱਚੇ ਨੂੰ ਮੰਤਰੀ ਜੀ ਦੇ ਜਨਮ ਦਿਨ ਤੇ ਸਮਾਗਮ ਤੇ ਹਰ ਹਾਲਤ ਘੱਲ ਸਕੇਗਾ ਭਾਵ ਭੇਜ ਸਕੇਗਾ। ਉਹ ਦਰਜੀ ਨੂੰ ਸ਼ਨੀਚਰਵਾਰ ਦੀ ਨਿੱਕਰ ਦੇਣ ਦੀ ਪੱਕੀ ਤਕੀਦ ਕਰ ਆਇਆ ਸੀ ਕਿ ਸ਼ਨੀਵਾਰ ਤੱਕ ਇਹ ਨਿੱਕਰ ਸਿਲ ਕੇ ਹਮੇ ਦੇ ਦੇਣਾ। ਉਹ ਰਸਤੇ ਵਿੱਚ ਸੋਚਦਾ ਆਇਆ ਸੀ ਕਿ ਸੱਚ ਕਹਿੰਦੇ ਨੇ ਇੱਕੋ ਹੋਣਹਾਰ ਬੱਚਾ ਹੀ ਘਰ ਦੇ ਨਾਂ ਨੂੰ ਚਮਕਾ ਦਿੰਦਾ ਹੈ। ਐਤਵਾਰ ਵਾਲੇ ਦਿਨ ਜਿੱਥੇ ਹੋਰ 94 ਸਕੂਲਾਂ ਦੇ ਬੱਚੇ ਸਟੇਜ ਉੱਤੇ ਜਾ ਕੇ ਹਾਰ ਪਾਉਣਗੇ, ਉਹਨਾਂ ਵਿੱਚੋਂ ਮੇਰਾ ਜੋਤੀ ਵੀ ਹੋਵੇਗਾ। ਜਦੋਂ ਇਸ ਦਾ ਨਾਮ ਬੋਲਿਆ ਜਾਵੇਗਾ, ਜੋਤੀ ਪ੍ਰਸਾਦ ਸਪੁੱਤਰ ਲਾਲਾ ਜੁਗਲ ਪ੍ਰਸਾਦ, ਤਾਂ ਉੱਥੇ ਬੈਠੇ ਹੋਰ ਪਤਵੰਤੀਆਂ ਤੇ ਮੰਤਰੀਆਂ ਨੂੰ ਪਤਾ ਲੱਗੇਗਾ ਕਿ ਇਹ ਮੁੰਡਾ ਲਾਲਾ ਜੁਗਲ ਪ੍ਰਸਾਦ ਦਾ ਹੈ। ਫਿਲਮ ਲਈ ਜਾਏਗੀ, ਅਖਬਾਰ ਵਿੱਚ ਇਸ ਦਾ ਨਾਂ ਆਏਗਾ ਤੇ ਹੋ ਸਕਦਾ ਹੈ ਕਿ ਇਸ ਦੀ ਤਸਵੀਰ ਵੀ ਆਵੇ। ਇਹ ਸੋਚ ਕੇ ਉਸ ਦੀਆਂ ਵਾਸ਼ਾਂ ਖਿਲ ਗਈਆਂ, ਭਾਵ ਉਹ ਬਹੁਤ ਖੁਸ਼ ਹੋ ਗਿਆ ਅਤੇ ਉਹ ਆਪਣੇ ਆਪ ਨੂੰ ਦਿਲ ਵਿੱਚੋਂ ਇਸ ਗੱਲੋਂ ਸ਼ਾਬਾਸ਼ ਦੇਣ ਲੱਗਾ ਕਿ ਕੰਮ ਇੱਕ ਮੁੰਡੇ ਨੂੰ ਤਾਂ ਚੰਗੇ ਸਕੂਲ ਵਿੱਚ ਦਾਖਲ ਕਰਾਉਣ ਦੀ ਮੈਂ ਸਿਆਣਪ ਕੀਤੀ ਹੈ, ਜਿਹੜੀ ਸ਼ਾਨ ਮੇਰੇ 4 ਮੁੰਡਿਆਂ ਕੁੜੀਆਂ ਨੇ ਵੀ ਰਲ ਕੇ ਨਹੀਂ ਸੀ ਵਧਾਈ, ਉਹ ਇਕੱਲੇ ਨੇ ਵਧਾ ਵਿਖਾਈ। ਘਰ ਵੜਦਿਆਂ ਮਤਲਬ ਘਰ ਮੇਂ ਆਤੇ ਹੀ ਸਾਰ ਉਹ ਦੇਵਕੀ ਨੂੰ ਬੁਲਾਇਆ ਅਤੇ ਬੜੇ ਮਾਣ ਅਤੇ ਸ਼ਾਨ ਨਾਲ ਜੁਗਲ ਪ੍ਰਸਾਦ ਨੇ ਉਸਨੂੰ ਦੱਸਿਆ, ਜੋਤੀ ਦੀ ਮਾਂ, ਮੈਂ ਨਿੱਕਰ ਦਾ ਕੱਪੜਾ ਖਰੀਦ ਕੇ ਦਰਜੀ ਨੂੰ ਦੇ ਆਇਆ ਤੇ ਸ਼ਨੀਚਰਵਾਰ ਦੀ ਪੱਕੀ ਵੀ ਕਰ ਆਇਆ। ਤੂੰ ਇਹ ਬੂਟ ਜਰਾਬਾਂ ਤੇ ਹਰ ਥੈਲੇ 'ਚ ਸੰਭਾਲ ਛੱਡ ਤੇ ਨਾਲੇ
ਕਮੀਜ਼ ਕੱਲ੍ਹ ਜ਼ਰੂਰ ਬਣਾ ਛੱਡੀ। ਫਿਰ ਕੁਝ ਚੇਤੇ ਕਰਕੇ ਉਹ ਖੁਸ਼ੀ ਨਾਲ ਬੋਲਿਆ, ਜੋਤੀ ਦੀ ਮਾਂ, ਅੱਜ ਰੱਬ ਨੇ ਇੱਕ ਹੋਰ ਬੜਾ ਸਬੱਬ ਕਰ ਦਿੱਤਾ। ਮੈਂ ਜਦੋਂ ਇੱਥੋਂ ਛਪਦੀ ਅਖਬਾਰ ਦੇ ਦਫ਼ਤਰ ਕੋਲੋਂ ਦੀ ਲੰਘਿਆ ਤੇ ਖਿਆਲ ਆਇਆ ਕਿ ਪਤਾ ਕਰੀਏ ਜੇ ਉਸ ਦਿਨ ਸਮਾਗਮ ਸਮੇਂ ਜੋਤੀ ਦੇ ਹਾਰ ਪਾਉਣ ਦੀ ਫੋਟੋ ਦਾ ਵੀ ਪ੍ਰਬੰਧ ਹੋ ਸਕੇ। ਜਿਉਂ ਹੀ ਮੈਂ ਅੰਦਰ ਵੜਿਆ ਕਿ ਫੋਟੋਗ੍ਰਾਫਰ ਕੈਮਰਾ ਲਟਕਾਈ ਬਾਹਰ ਆ ਗਿਆ। ਮੈਂ ਉਸ ਨਾਲ ਗੱਲ ਕੀਤੀ ਤੇ ਪਤਾ ਲੱਗਾ ਕਿ ਐਤਵਾਰ ਵਾਲੇ ਸਮਾਗਮ 'ਤੇ ਉਹੀ ਜਾ ਰਿਹਾ ਹੈ। ਮੈਂ ਉਸ ਦੇ ਨਾਲ ਵੀ ਗੱਲ ਕਰ ਆਇਆ ਹਾਂ ਕਿ ਜਦੋਂ ਰਿਪਬਲਿਕ ਸਕੂਲ ਦਾ KG ਜਮਾਤ ਦਾ ਪ੍ਰਤੀਨਿਧ ਮੇਰਾ ਇਹ ਮੁੰਡਾ ਮੰਤਰੀ ਨੂੰ ਹਾਰ ਪਾਵੇ, ਉਹ ਫੋਟੋ ਜ਼ਰੂਰ ਖਿੱਚੇ। ਦੇਵਕੀ ਦੇ ਮੂੰਹ 'ਤੇ ਕੁਝ ਚਿੰਤਾ ਦੇ ਨਿਸ਼ਾਨ ਵੇਖ ਕੇ ਆਪਣੀ ਖੁਸ਼ੀ ਵਿੱਚ ਬਿਨਾਂ ਕੋਈ ਫਰਕ ਪੈਣ ਦਿੱਤਿਆਂ ਫਿਰ ਉਹ ਝੱਟ ਬੋਲਿਆ ਭਾਵ ਤੁਰੰਤ ਬੋਲਿਆ, ਬਾਕੀ ਰਹੀ ਪੈਸਿਆਂ ਦੀ ਗੱਲ, ਫੋਟੋ ਬਣਨ ਤੀਕ 1 ਤਰੀਕ ਹੋ ਜਾਣੀ ਹੈ। ਭਲੀਏ ਲੋਕੇ, ਰੱਬ ਆਪ ਕਰਦਾ ਹੈ ਗਰੀਬਾਂ ਦਾ ਕੰਮ। ਹਾ। ਜੁਗਲ ਪ੍ਰਸਾਦ ਸਾਰੀ ਦੀ ਸਾਰੀ ਗੱਲ ਇੱਕੋ ਵਾਰੀ ਹੀ ਕਹਿ ਗਿਆ ਤੇ ਫਿਰ ਕਦੀ ਪ੍ਰਾਪਤ ਹੋਈ ਖੁਸ਼ੀ ਦੇ ਅਜਿਹੇ ਅਵਸਰ ਤੋਂ ਪੂਰਾ ਲਾਭ ਉਠਾਉਂਦਿਆਂ ਉਹ ਹੱਸ ਕੇ ਦੂਰਾ ਹੋਣ ਲੱਗਾ। ਦੇਵਕੀ ਇਸ ਫੋਟੋ ਦੀ ਫਜ਼ੂਲ ਖਰਚੀ ਬਾਬਤ ਕੁਝ ਕਹਿਣਾ ਤਾਂ ਚਾਹੁੰਦੀ ਸੀ, ਪਰ ਫਿਰ ਪਤੀ ਦੇ ਰੰਗ ਵਿੱਚ ਭੰਗ ਪੈ ਜਾਣ ਦੇ ਡਰ ਵਜੋਂ ਕੁਝ ਨਾ ਬੋਲੀ ਤੇ ਉੱਠ ਕੇ ਬਾਹਰ ਚਲੀ ਗਈ। ਭਾਵ ਉਸਨੂੰ ਇਹ ਲੱਗਦਾ ਸੀ ਕਿ ਫੋਟੋ 'ਤੇ ਪੈਸੇ ਜਿਹੜੇ ਹੋਣ ਲੱਗਣਗੇ ਉਹ ਫਜ਼ੂਲ ਖਰਚੀ ਹੀ ਹੋਵੇਗੀ। ਸਵੇਰੇ ਮੁੰਡੇ ਕੁੜੀਆਂ ਨੂੰ ਸਕੂਲ ਤੇ ਜੁਗਲ ਪ੍ਰਸਾਦ ਨੂੰ ਦਫ਼ਤਰ ਤੋਰ ਕੇ ਦੇਵਕੀ ਨੇ ਇੱਕ ਪੁਰਾਣੀ ਚਿੱਟੀ ਚਾਦਰ ਕੱਢੀ। ਪਹਿਲਾਂ ਤਾਂ ਉਸਨੂੰ ਚੰਗੀ ਤਰ੍ਹਾਂ ਜਾਂਚਿਆ ਪੜਤਾਲਿਆ, ਫਿਰ ਜਾਂਚ ਕੀਤੀ ਅਤੇ ਸਾਰਾ ਦਿਨ ਮਗਜ ਪੱਚੀ ਕਰਕੇ ਗੁਆਂਢਣ ਦੀ ਮਸ਼ੀਨ 'ਤੇ ਸ਼ਾਮ ਤੱਕ ਮੁਸ਼ਕਲ ਨਾਲ ਜੋਤੀ ਦੀ ਕਮੀਜ਼ ਤਿਆਰ ਕਰ ਸਕੀ। ਉੱਧਰ ਜੁਗਲ ਪ੍ਰਸਾਦ 2 ਘੰਟਿਆਂ ਦੀ ਛੁੱਟੀ ਲਈ ਅਤੇ ਨਾਗਰਿਕ ਸਭਾ ਦੇ ਦਫ਼ਤਰ ਜਾ ਕੇ ਯਤਨ ਕੀਤਾ ਕਿ ਕਿਸੇ ਤਰ੍ਹਾਂ ਉਸ ਨੂੰ ਵੀ ਨਿਮੰਤਰਣ ਪੱਤਰ ਮਿਲ ਸਕੇ ਤਾਂ ਜੋ ਉਹ ਆਪਣੀਆਂ ਅੱਖਾਂ ਨਾਲ ਆਪਣੇ ਪਿਆਰੇ ਪੁੱਤਰ ਨੂੰ ਮਾਣ ਪ੍ਰਾਪਤ ਕਰਦਿਆਂ ਵੇਖ ਸਕੇ। ਪਰ ਉਸ ਨੂੰ ਪਤਾ ਲੱਗਾ ਕਿ ਸਮਾਗਮ ਵਿੱਚ ਤਾਂ ਵੱਡੇ ਰਾਜਨੀਤਿਕ ਆਗੂ, ਅਮੀਰ ਲੱਖਪਤੀਏ, ਵੱਡੇ ਅਫਸਰ ਤੇ ਕੁਝ ਸੱਦੇ ਹੋਏ ਬੱਚੇ ਹੀ ਜਾ ਸਕਦੇ ਹਨ। ਉਹ ਸੋਚਿਆ ਕਿ ਮੈਂ ਇਹਨਾਂ ਵਿੱਚੋਂ ਕਿਸੇ ਗਿਣਤੀ ਵਿੱਚ ਨਹੀਂ ਆਉਂਦਾ। बेचारा दिल ਦੀਆਂ ਉਮੰਗਾਂ दिल ਵਿੱਚ ही दबोच के रह गया, क्योंकि वो खुद वहाँ जाना चाहता है और निमंत्रण पत्र लेने के लिए जब वो नागरिक सभा जाता है तो उसे वहाँ पे पता चलता है कि वहाँ पे बड़े लोग ही जा रहे हैं। अब आगे देखो। ਐਤਵਾਰ ਦਾ ਦਿਨ ਆਇਆ। ਅੱਜ ਸਾਰੇ ਟੱਬਰ ਨੂੰ ਜੋਤੀ ਉੱਤੇ ਮਾਣ ਸੀ, ਜਿਸ ਕਰਕੇ ਸਾਰੇ ਉਸ ਨੂੰ ਤਿਆਰ ਕਰਨ ਵਿੱਚ ਜੁਟੇ ਪਏ ਸਨ। ਕੋਈ ਉਸ ਨੂੰ ਸਾਬਣ ਮਲ ਕੇ ਨੁਹਾ ਰਿਹਾ ਸੀ, ਕੋਈ ਨਿੱਕਰ ਕਮੀਜ਼ ਨੂੰ ਇਸਤਰੀ ਕਰ ਰਿਹਾ ਸੀ ਤੇ ਕੋਈ ਉਸ ਦੀ ਕੰਘੀ ਪੱਟੀ ਦੇ ਆਹਰ ਪਾਹਰ ਵਿੱਚ ਜੁਟਿਆ ਹੋਇਆ ਸੀ। ਮਤਲਬ ਸਭ ਮਿਲ ਜੁਲ ਕੇ ज्योति को तैयार कर रहे होते हैं। तकाला भाव शाम वेले ਨੂੰ ਸਾਰਾ ਟੱਬਰ ਇਸ ਗੱਲ ਦੀ ਇੰਤਜ਼ਾਰ ਵਿੱਚ ਸੀ ਕਿ ਕਿਸ ਵੇਲੇ ਜੋਤੀ ਸਮਾਗਮ ਤੋਂ ਵਾਪਸ ਆਏ ਤਾਂ ਜੋ ਆਪਣੀ ਜਵਾਨੀ ਸਾਰੀ ਰੌਣਕ ਤੇ ਮਿਲੇ ਮਾਣ ਨੂੰ ਵਿਸਤਾਰ ਨਾਲ ਬਿਆਨ ਕਰੇ। ਜੁਗਲ ਪ੍ਰਸਾਦ 2 ਵਾਰੀ ਸੜਕ ਤੇ ਆਪ ਜਾ ਚੁੱਕਾ ਸੀ। ਬੱਚਿਆਂ ਨੂੰ ਵੇਖਣ ਲਈ ਸੜਕ ਤੇ ਭੇਜਣ ਦਾ ਤਾਂ ਅੰਤ ਹੀ ਕੋਈ ਨਹੀਂ, ਪਰ ਹਾਲਾਂ ਤੱਕ ਉਹ नहीं ਸੀ ਪਰਤਿਆ। मतलब वो उसके इंतजार में बार बाहर देखने के लिए जा रहे थे। ਅਖੀਰ ਉਸ ਦੂਰੋਂ ਵੇਖਿਆ ਉਸ ਦੀ ਪ੍ਰਿੰਸੀਪਲ ਜੋਤੀ ਨੂੰ ਆਪ ਨਾਲ ਲਿਆ ਰਹੀ ਸੀ। ਇਹ ਨਜ਼ਾਰਾ ਤੱਕ ਕੇ ਤਾਂ ਜੁਗਲ ਪ੍ਰਸਾਦ ਦੀ ਖੁਸ਼ੀ ਦਾ ਕੋਈ ਅੰਤ ਹੀ ਨਾ ਰਿਹਾ। ਦੇਵਕੀ ਦਾ ਧਿਆਨ ਉਸ ਪਾਸੇ ਵੱਲ ਖਿੱਚਦਿਆਂ ਉਹ ਗਦਗਦ ਹੋ ਕੇ ਬੋਲਿਆ, ਆਖਰ ਸਾਰੇ ਸਕੂਲ ਦਾ ਲਾਇਕ ਬੱਚਾ ਜੋ ਹੋਇਆ, ਪ੍ਰਿੰਸੀਪਲ ਵੀ ਇਸ ਨਾਲ ਆਉਣਾ ਫਖਰ ਸਮਝਦੀ ਹੈ। ਉਹ ਵੇਖ ਉਹ ਘੜੀ ਮੁੜੀ ਜੋਤੀ ਵੱਲ ਉੱਠ ਕੇ ਉਸ ਨੂੰ ਘੁੱਟਦੀ ਤੇ ਗੱਲਾਂ ਕਰਦੀ ਹੈ। ਦੇਵਕੀ ਹੋਰ ਬੱਚਿਆਂ ਨੂੰ ਵੀ ਇਸ ਖੁਸ਼ੀ ਦੇ ਨਜ਼ਾਰੇ ਨੂੰ ਮਾਣਨ ਦਾ ਮੌਕਾ ਦੇਣ ਦੇ ਖਿਆਲ ਨਾਲ ਉਹਨਾਂ ਨੂੰ ਸੱਦਣ ਭਾਵ ਬੁਲਾਉਣ ਲਈ ਅੰਦਰ ਚਲੀ ਗਈ। ਪਰ ਨੇੜੇ ਆਉਣ ਤੇ ਜੁਗਲ ਪ੍ਰਸਾਦ ਨੇ ਵੇਖਿਆ ਜੋਤੀ ਡਸਕੋਰੇ ਭਰ ਰਿਹਾ ਸੀ, ਭਾਵ ਰੋ ਰਿਹਾ ਸੀ। ਇਹ ਵੇਖ ਕੇ ਜੁਗਲ ਪ੍ਰਸਾਦ ਹੱਕਾ ਬੱਕਾ ਰਹਿ ਗਿਆ। ਉਹ ਇਸ ਗੱਲ ਦੀ ਸਮਝ ਹੀ ਨਹੀਂ ਸੀ ਆ ਰਹੀ। ਆਉਂਦਿਆਂ ਸਾਰੋ ਪ੍ਰਿੰਸੀਪਲ ਨੇ ਆਖਣਾ शुरू कर दिता कि वो प्रिंसिपल उनको बताने लगती है, मिस्टर जुगल प्रसाद, मैनू बहुत अफसोस है कि आप जी दे सपुत्र ज्योति नूं हार पहनाउण दा माण नहीं मिल सकिया, क्योंकि सेठ लखपत राय ने ज्योति की थां अपने पुत्र का नाम बदलवा लिया सी। भाव जेड़े सेठ लखपत राय ने अपने बेटे का नाम उसका ज्योति का नाम बदलवा के अपने बेटे का नाम लिखवा दिया था कि वो मंत्री जी को हार पहनाएगा। मैं तो उसकी एक नहीं सुनी, पर उसने साढ़े चेयरमैन नूं आके काम करवा लिया। तुसी जानते हो कि मैं तो एक मुलाजिम ही हाँ। ये सारा कुछ ज्योति की प्रिंसीपल इक्को साह विच कह के चलदी बनी, जिवें कोई मुसाफिर आने वाले तूफान की मार तो बचन लई खिसकण लई करदा है। जुगल प्रसाद लई जिवें कड़ पट गया होवे, उस नूं अपने पैरां हेठों जमीन निकलदी जापी। वो उत्थे खलोता रह गया। उस इंज महसूस किया जिवें किसी मोटी गोगड़ वाले ने उसके अंदर पेट्रोल छिड़कण पिछों तीली वाल के उस दियां सदरां ते उमंगां नूं फूक दिता होवे। उस अग दा लंब उसके रोम विचों निकल के उसनूं साड़ रिहा है। अचानक उसदियां अखां विच लहू निकल आया ते वो दृढ़ता नाल कड़किया,
ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਹੈ। ਮੇਰੀ ਸੁੱਤੀ ਜੁਰਤ ਤੇ ਦਲੇਰੀ ਦਾ ਜਨਮ ਦਿਨ ਹੈ। ਮੈਂ ਵੇਖਾਂਗਾ ਕਿਵੇਂ ਕੋਈ ਗਰੀਬਾਂ ਦੀਆਂ ਸਦਰਾਂ ਤੇ ਉਮੰਗਾਂ ਨੂੰ ਲਿਤਾੜਨ ਦੀ ਜੁਰਤ ਕਰੇਗਾ। ਬਾਹਰ ਆ ਕੇ ਦੇਵਕੀ ਤੇ ਹੋਰ ਬੱਚਿਆਂ ਨੇ ਜੋਤੀ ਨੂੰ ਡਸਕੋਰੇ ਭਰਦਿਆਂ ਤੇ ਜੁਗਲ ਪ੍ਰਸਾਦ ਨੂੰ ਜੋਸ਼ ਅਤੇ ਗੁੱਸੇ ਵਿੱਚ ਭੜਕਦਿਆਂ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਟੱਡੀਆਂ ਅਤੇ ਟੱਡੀਆਂ ਰਹਿ ਗਈਆਂ। ਭਾਵ ਕਿ ਉਹ ਜੋਤੀ ਉਹਨਾਂ ਨੂੰ ਮੰਤਰੀ ਜੀ ਨੂੰ ਹਾਰ ਨਹੀਂ ਪਹਿਨਾ ਪਾਇਆ ਸੀ, ਜਿਸ ਕਰਕੇ ਉਸਦੇ ਪਿਓ ਨੂੰ ਬਹੁਤ ਦੁੱਖ ਲੱਗਦਾ ਹੈ। ਤਾਂ ਇਸ ਕਹਾਣੀ ਵਿੱਚ ਅਸੀਂ ਪੜ੍ਹਿਆ ਹੈ ਕਿ ਕਿਸ ਤਰੀਕੇ ਨਾਲ ਗਰੀਬਾਂ ਦੀਆਂ ਜਿਹੜੀਆਂ ਸਦਰਾਂ ਹੁੰਦੀਆਂ ਉਹਨਾਂ ਨੂੰ ਲਿਤਾੜਿਆ ਜਾਂਦਾ ਹੈ। ਅਮੀਰ ਲੋਕਾਂ ਨਹੀਂ, ਉਹ ਇੰਨੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਇੰਨੀ ਉਹਨਾਂ ਦੀਆਂ ਖੁਸ਼ੀਆਂ ਦੀ ਕਿਸੇ ਨੂੰ ਕੋਈ ਕਦਰ ਨਹੀਂ ਹੁੰਦੀ। ਤਾਂ ਹੁਣ ਅਸੀਂ ਇਸ 'ਤੇ ਸ਼ਬਦ ਅਰਥ ਕਰਦੇ ਹਾਂ। ਵਿਉਂਤ, ਤਰਕੀਬ, ਢੰਗ, ਜਵਕਦੇ ਤਰਸਦੇ, ਤੇਜਸਵੀ ਰੋਹਬ ਵਾਲਾ, ਖੁਸ਼ੀ ਕਾਫਰ ਹੋ ਗਈ, ਖੁਸ਼ੀ ਉੱਡ ਗਈ, ਦ੍ਰਿੜਤਾ ਪਕਿਆਈ, ਅਯਾਸ਼ੀ ਫਜ਼ੂਲ ਖਰਚੀ, ਤੰਗੀ, ਤੁਰਸੀ ਗਰੀਬੀ, ਮੰਦਹਾਲੀ, ਪਤਵੰਤਿਆਂ ਭਲੇ ਮਾਨਸਾਂ, ਇੱਜ਼ਤ ਵਾਲਿਆਂ। ਤਾਂ ਅੱਗੇ ਇਸ ਦੇ ਪ੍ਰਸ਼ਨ ਉੱਤਰ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਕਹਾਣੀ ਜਨਮ ਦਿਨ ਦਾ ਸੰਖੇਪ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਤਾਂ ਇਸ ਵਿੱਚ ਅਸੀਂ ਇਹੀ ਲਿਖਣਾ ਹੈ ਕਿ ਇਸ ਕਹਾਣੀ ਦੇ ਵਿੱਚ ਜੋ ਅਸੀਂ ਕਹਾਣੀ ਪੜ੍ਹੀ ਹੈ ਉਸ ਦਾ ਸੰਖੇਪ ਸਾਰ, ਭਾਵ ਅਸੀਂ ਬਹੁਤ ਵੱਡਾ ਨਹੀਂ ਲਿਖਣਾ, ਸੰਖੇਪ ਲਿਖਣਾ ਹੈ ਕਿ ਜੋ ਇਸ ਦਾ ਮੇਨ ਪਾਤਰ ਹੁੰਦਾ ਜੁਗਲ ਪ੍ਰਸਾਦ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਵਿੱਚ, ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਵਾਉਂਦਾ ਹੈ ਤਾਂ ਜੋ ਉਸ ਦਾ ਬੱਚਾ ਵੱਡਾ ਹੋ ਕੇ ਇੱਕ ਲਾਇਕ ਅਫਸਰ ਬਣ ਸਕੇ। ਅਤੇ ਉਸ ਦਾ ਬੱਚਾ ਬਹੁਤ ਚੰਗਾ, ਉਸ ਦਾ ਨਾਮ ਵੀ ਕਮਾਉਂਦਾ ਹੈ, ਅੱਛੇ ਨੰਬਰ ਲੈ ਕੇ ਆਉਂਦਾ ਹੈ। ਅਤੇ ਫਿਰ ਉਸਨੂੰ ਪਤਾ ਲੱਗਦਾ, ਸਕੂਲੋਂ ਚਿੱਠੀ ਹੁੰਦੀ ਹੈ ਕਿ ਉਸਦੇ ਮੰਤਰੀ ਜੀ ਨੇ ਆਉਣਾ ਹੈ, ਤਾਂ ਉਸ ਦਾ ਬੱਚਾ ਉਸ ਨੂੰ ਹਾਰ ਪਾਏਗਾ ਤਾਂ ਬਹੁਤ ਖੁਸ਼ ਹੁੰਦਾ ਹੈ, ਸਾਰੀਆਂ ਤਿਆਰੀਆਂ ਕਰਦਾ ਹੈ। ਪਰ ਅੰਤ ਵਿੱਚ ਉਸ ਨੂੰ ਹਾਰ ਨਹੀਂ ਪਵਾਉਂਦਾ, ਕਿਉਂਕਿ ਸੇਠ ਲਖਪਤ ਰਾਏ ਨੇ ਆਪਣੇ ਬੱਚੇ ਦਾ ਨਾਮ ਲਿਖਵਾ ਦਿੱਤਾ ਸੀ, ਜਿਸ ਕਰਕੇ ਇਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਉਹਨਾਂ ਦੀਆਂ ਜਦੋਂ ਸਦਰਾਂ ਟੁੱਟਦੀਆਂ ਹਨ ਤਾਂ ਉਹਨਾਂ ਨੂੰ ਬਹੁਤ ਦੁੱਖ ਲੱਗਦਾ ਹੈ। ਜੁਗਲ ਪ੍ਰਸਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਿਉਂ ਕਰਾਉਣਾ ਚਾਹੁੰਦਾ ਸੀ? ਉਹ ਇਸ ਲਈ ਦਾਖਲ ਕਰਾਉਣਾ ਚਾਹੁੰਦਾ ਸੀ ਕਿ ਉੱਥੋਂ ਦਾ ਵਾਤਾਵਰਣ ਬਹੁਤ ਚੰਗਾ ਹੈ, ਬਿਨਾਂ ਭੇਦਭਾਵ ਤੋਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ, ਜਿਸ ਕਰਕੇ ਉਸ ਦਾ ਬੱਚਾ ਇੱਕ ਲਾਇਕ ਇਨਸਾਨ ਬਣੇਗਾ ਅਤੇ ਵੱਡਾ ਅਫਸਰ ਬਣ ਸਕੇਗਾ। ਸਕੂਲ ਦੇ ਪ੍ਰਿੰਸੀਪਲ ਨੇ ਜੁਗਲ ਪ੍ਰਸਾਦ ਨੂੰ ਵਧਾਈ ਕਿਉਂ ਦਿੱਤੀ? ਕਿਉਂਕਿ ਉਸ ਦਾ ਜੋ ਬੱਚਾ ਹੁੰਦਾ ਹੈ ਚੰਗਾ ਦਿਖਣ ਦੇ ਨਾਲ ਨਾਲ ਉਹ ਇਮਤਿਹਾਨ ਵਿੱਚ ਵੀ ਚੰਗੇ ਨੰਬਰ ਲੈ ਕੇ ਆਉਂਦਾ ਹੈ। ਇਸ ਲਈ ਪ੍ਰਿੰਸੀਪਲ ਜੁਗਲ ਪ੍ਰਸਾਦ ਨੂੰ ਵਧਾਈ ਦਿੰਦੀ ਹੈ ਕਿ ਅਜਿਹੇ ਲਾਇਕ ਪੁੱਤਰ ਹੋਣ ਕਰਕੇ। ਇਹ ਮੇਰਾ ਲਾਲ ਜਾਏਗਾ ਐਡੇ ਵੱਡੇ ਮੰਤਰੀ ਕੋਲ, ਮੈਂ ਸਦਕੇ ਜਾਵਾਂ। ਜੋਤੀ ਦੀ ਮਾਂ ਦੇ ਇਹਨਾਂ ਸ਼ਬਦਾਂ ਤੋਂ ਕੀ ਭਾਵ ਹੈ? ਕਿਉਂਕਿ ਉਹ ਆਪਣੇ ਬੇਟੇ ਨੂੰ ਕੁੱਛੜ 'ਚ ਲੈ ਕੇ ਕਹਿੰਦੀ ਹੈ ਕਿ ਮੇਰਾ ਲਾਲ ਜਾਏਗਾ, ਭਾਵ ਕਿ ਉਹ ਉਸ 'ਤੇ ਮਾਣ ਕਰਦੀ ਹੈ, ਕੁਰਬਾਨ ਹੋ ਜਾਂਦੀ ਹੈ ਕਿ ਇਹ ਐਡੇ ਵੱਡੇ ਮੰਤਰੀ ਨੂੰ ਹਾਰ ਪਾਉਣ ਜਾਏਗਾ। ਜੁਗਲ ਪ੍ਰਸਾਦ ਦੀ ਸੋਚ ਅਨੁਸਾਰ ਆਮਦਨ ਘੱਟ ਹੁੰਦਿਆਂ ਉਸ ਦੀ ਪਤਨੀ ਘਰ ਦਾ ਗੁਜ਼ਾਰਾ ਕਿਵੇਂ ਤੋਰਦੀ ਹੈ? ਤਾਂ ਜੁਗਲ ਪ੍ਰਸਾਦ ਦੀ ਸੋਚ ਅਨੁਸਾਰ ਕਿ ਉਸ ਦੀ ਪਤਨੀ 150 ਰੁਪਏ ਵਿੱਚ ਘਰ ਦਾ ਖਰਚਾ ਚਲਾਉਂਦੀ, ਜਿਸ ਵਿੱਚ ਉਹ 5 ਆਪਣੇ ਧੀ ਪੁੱਤਰਾਂ ਦਾ ਖਰਚਾ ਕੱਢਦੀ ਹੈ। ਤਾਂ ਉਸ ਬਾਰੇ ਸੋਚਦਾ ਹੈ ਕਿ ਉਹ ਉਸ ਘਰ ਨੂੰ ਬਹੁਤ ਹੀ ਮੁਸ਼ਕਿਲ ਨਾਲ ਚਲਾ ਰਹੀ ਹੈ, ਅਤੇ ਜਦੋਂ ਦੀ ਉਸ ਘਰ ਵਿੱਚ ਆਈ ਹੈ ਤਾਂ ਉਸਨੇ ਇਹ ਸਭ ਤੰਗੀ ਮੰਦਹਾਲੀ ਹੀ ਵੇਖੀ ਹੈ। ਤਾਂ ਕਾਲਾ ਨੂੰ ਸਾਰਾ ਟੱਬਰ ਕਿਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ? ਤਕਾਲਾ ਭਾਵ ਸ਼ਾਮ ਦੇ ਟਾਈਮ, ਸ਼ਾਮ ਦੇ ਤਕਾਲਾ ਵੇਲੇ ਸਾਰਾ ਟੱਬਰ ਜੋਤੀ ਦਾ ਇੰਤਜ਼ਾਰ ਕਰ ਰਿਹਾ ਸੀ, ਜੋ ਕਿ ਉਹ ਸਮਾਗਮ ਵਿੱਚੋਂ ਆਏ ਅਤੇ ਉਹਨਾਂ ਨੂੰ ਆਪਣਾ ਉੱਥੋਂ ਦੇ ਸਮਾਗਮ ਦਾ ਅੱਖੀ ਡਿੱਠਾ ਹਾਲ ਸੁਣਾਵੇ। ਡਸਕੋਰੇ ਭਾਰੇ ਜੋਤੀ ਬਾਰੇ ਸਕੂਲ ਦੀ ਪ੍ਰਿੰਸੀਪਲ ਜੁਗਲ ਪ੍ਰਸਾਦ ਨੂੰ ਕੀ ਕਹਿੰਦੀ ਹੈ? ਤਾਂ ਡਸਕੋਰੇ ਭਾਵ ਰੋ ਰਹੇ ਜੋਤੀ ਬਾਰੇ ਸਕੂਲ ਦੀ ਪ੍ਰਿੰਸੀਪਲ ਜੁਗਲ ਪ੍ਰਸਾਦ ਨੂੰ ਕਹਿੰਦੀ ਹੈ ਕਿ ਉਹ ਮੰਤਰੀ ਜੀ ਨੂੰ ਹਾਰ ਨਹੀਂ ਪਾ ਪਾਇਆ ਕਿਉਂਕਿ ਸੇਠ ਲਖਪਤ ਰਾਏ ਨੇ ਆਪਣੇ ਪੁੱਤਰ ਦਾ ਨਾਮ ਲਿਖਵਾ ਦਿੱਤਾ ਸੀ ਅਤੇ ਜੋਤੀ ਦੀ ਥਾਂ 'ਤੇ ਉਸਨੇ ਮੰਤਰੀ ਨੂੰ ਹਾਰ ਪਾਇਆ। ਫਿਰ ਅਗਲਾ ਪ੍ਰਸ਼ਨ ਹੈ, ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ, ਮੇਰਾ ਜਨਮ ਦਿਨ ਹੈ। ਜੁਗਲ ਪ੍ਰਸਾਦ ਨੇ ਇਹ ਗੱਲ ਕਿਸ ਸੰਦਰਭ ਵਿੱਚ ਆਖੀ? ਤਾਂ ਜੁਗਲ ਪ੍ਰਸਾਦ ਨੂੰ ਜਦੋਂ ਉਸਦੀ ਪ੍ਰਿੰਸੀਪਲ ਦੱਸਦੀ ਹੈ ਕਿ ਉਹ ਹਾਰ ਨਹੀਂ ਪਾ ਪਾਇਆ ਤਾਂ ਜੁਗਲ ਪ੍ਰਸਾਦ ਗੁੱਸੇ ਵਿੱਚ ਕੜਕ ਕੇ ਕਹਿੰਦਾ ਹੈ ਕਿ ਅੱਜ ਉਸ ਮੰਤਰੀ ਦਾ ਨਹੀਂ, ਮੇਰਾ ਜਨਮ ਦਿਨ ਹੈ। ਕਿ ਮੇਰਾ ਜਨਮ ਦਿਨ ਇਸ ਲਈ ਹੈ ਕਿਉਂਕਿ ਮੇਰੀ ਦਲੇਰੀ ਦਾ ਜਨਮ ਦਿਨ ਹੈ, ਕਿ ਅੱਜ ਤੋਂ ਬਾਅਦ ਮੈਂ ਵੇਖਾਂਗਾ ਕਿ ਕਿਹੜਾ ਸਾਡੇ ਗਰੀਬਾਂ ਦੀਆਂ ਸਦਰਾਂ ਨੂੰ ਲਿਤਾੜੇਗਾ, ਭਾਵ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ। ਤਾਂ ਅੱਜ ਅਸੀਂ ਜਨਮ ਦਿਨ ਕਹਾਣੀ ਪੜ੍ਹੀ ਹੈ ਜੋ ਸਵਿੰਦਰ ਸਿੰਘ ਉੱਪਲ ਜੀ ਦੁਆਰਾ ਲਿਖੀ ਗਈ ਹੈ। ਇਸ ਕਹਾਣੀ ਨੂੰ ਤੁਸੀਂ ਪਹਿਲਾਂ ਆਪ ਪੜ੍ਹਨਾ ਹੈ, ਫਿਰ ਜਦੋਂ ਤੱਕ ਤੁਸੀਂ ਇਸ ਕਹਾਣੀ ਨੂੰ ਨਹੀਂ ਪੜ੍ਹੋਗੇ ਤਾਂ ਇਸ ਦੇ ਤੁਹਾਨੂੰ ਕੁਐਸਚਨ ਉੱਤਰ ਚੰਗੀ ਤਰ੍ਹਾਂ ਸਮਝ 'ਚ ਨਹੀਂ ਆਉਣਗੇ। ਪਹਿਲੇ ਤੁਸੀਂ ਇਸ ਨੂੰ ਪੜ੍ਹਨਾ ਹੈ, ਫਿਰ ਤੁਸੀਂ ਇਹਨਾਂ ਪ੍ਰਸ਼ਨਾਂ ਉੱਤਰਾਂ ਨੂੰ ਆਪ ਕਰਨ ਦੀ ਕੋਸ਼ਿਸ਼ ਕਰਨੀ ਹੈ। ਮੈਂ ਲਿਖ ਕੇ ਵੀ ਇਹਨਾਂ ਨੂੰ ਸ਼ੇਅਰ ਕਰਾਂਗੀ, ਪਰ ਤੁਸੀਂ ਕੋਸ਼ਿਸ਼ ਖੁਦ ਤੋਂ ਕਰਨੀ ਹੈ। ਧੰਨਵਾਦ।